हो जाएगी। ये साध संगत की वडियाई। तीसरा प्रमाण दिंदे ने, कहते दृष्ट दरस अर शब्द सुरत मिल प्रेमी प्रेम उन मन उन मानी है। साध संगत दे नेत्रां नाल दीदार, गुरु के दर्शन, शब्द सुरत दा अभ्यास, हिरदे विच प्रेम भावना शरधा विराग, प्रेमी प्रेम उन मन उन मानी है। कहते उन मन उच्चे मन वाला हो जाता, भाव के उच्ची अवस्था जिहड़ी प्राप्त होनी वो साध संगत की बरकत विचों हो जानी। साध संग कहते साध संगत की कृपा, दृष्ट दर्श अर शब्द सुरत मिल प्रेमी प्रेम उन मन उन मानी है। सहज समाध साध संग एक रंग जोई, सोई गुरमुख निर्मल निर्बानी है। भाई गुरदास जी कहते साध संगत विच आके समाधि लाई, वाहिगुरु दा जाप कन्ना द्वारे गुरु की बाणी सरवण कीती। भाई गुरदास जी कहते निर्बानी संसारी बंधन टुट जाते ने। भाई गुरदास जी कहते निर्मल ਉਹ ਅੰਦਰੋਂ ਤੇ ਬਾਹਰੋਂ ਨਿਰਮਲ ਹੋ ਜਾਂਦਾ। ਇਹ ਸਾਧ ਸੰਗਤ ਦੀ ਬਖਸ਼ਿਸ਼ ਹੈ, ਜਿੱਥੇ ਆਪ ਜੀ ਸਮੇਂ ਸਿਰ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਦਰਬਾਰ ਵਿੱਚ ਸਮੇਂ ਸਿਰ ਪਹੁੰਚ ਕੇ ਗੁਰਬਾਣੀ ਸਰਵਣ ਕਰਕੇ ਲਾਹੇ ਪ੍ਰਾਪਤ ਕਰਦੇ ਹੋ। ਸਤਿਗੁਰੂ ਮਹਾਰਾਜ ਜੀ ਹੋਰ ਤੁਹਾਡੇ ਤੇ ਬਖਸ਼ਿਸ਼ ਕਰਨ, ਦਾਸ ਤੇ ਕਿਰਪਾ ਕਰਨ, ਸਾਧ ਸੰਗਤ ਦਾ ਸਮਾਂ ਪ੍ਰਾਪਤ ਹੋ ਜਾਵੇ। ਲੜੀਵਾਰ ਗੁਰਬਾਣੀ ਵਿਚਾਰ ਚਲਦੀ ਆ ਰਹੀ। ਧੰਨ ਮੇਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ। ਸਾਧ ਸੰਗਤ ਜੀ ਜਿਸ ਵੇਲੇ ਸ਼ੂਦਰ ਲੋਕ ਭੈਣਾਂ ਨੂੰ ਬੀਬੀਆਂ ਨੂੰ ਪਿਛਾਂਹ ਕਰਕੇ ਸੁੱਟਣ ਦਾ ਯਤਨ ਕਰਦੇ, ਨਿੰਦਣ ਦਾ ਯਤਨ ਕਰਦੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿਸ ਵੇਲੇ ਇਹ ਆਵਾਜ਼ ਸੁਣੀ, ਮੇਰੇ ਪਾਤਸ਼ਾਹ ਜੀ ਉਪਦੇਸ਼ ਬਖਸ਼ਿਸ਼ ਕਰਦੇ ਨੇ, ਉਹ ਲੋਕੋ ਜਿਸ ਔਰਤ ਨੂੰ ਤੁਸੀਂ ਨਿੰਦਦੇ ਹੋ ਉਸ ਔਰਤ ਤੋਂ ਬਿਨਾ ਸ੍ਰਿਸ਼ਟੀ ਦੀ ਉਤਪਤੀ ਨਹੀਂ ਹੋ ਸਕਦੀ। ਸ੍ਰਿਸ਼ਟੀ ਦੇ ਉਤਪਤੀ ਨਹੀਂ ਹੋ ਸਕਦੀ। ਮੇਰੇ ਪਾਤਸ਼ਾਹ ਜੀ ਜਿਵੇਂ ਉਪਦੇਸ਼ ਦਿੰਦੇ ਨੇ, ਆਪ ਜੀ ਸਰਵਣ ਕਰੋ। ਮਹੱਲਾ ਪਹਿਲਾ। ਭੰਡ ਜਿਮੀਐ ਭੰਡ ਨਿਮੀਐ। ਭੰਡ ਕੇ ਇਸਤਰੀ ਔਰਤ, ਜੰਮੀਐ ਭੰਡ ਨਿਮੀਐ। ਨਿਮੀਐ ਮੀਨਜ ਪਾਣੀ, ਪਾਣੀ ਮੀਨਜ ਬੀਰਜ। ਕਹਿੰਦੇ ਜਿਸ ਇਸਤਰੀ ਤੇ ਮਰਦ ਦੇ ਸੰਬੰਧ ਕਰਕੇ ਇਸ ਬੀਰਜ ਤੋਂ ਪਾਣੀ ਤੋਂ ਬਾਲਕ ਬੱਚਾ ਪੈਦਾ ਹੁੰਦਾ। ਜੰਮੀਐ ਮੀਨਜ ਬਾਣੀ ਵਿੱਚ ਮਹਾਰਾਜ ਕਿਰਪਾ ਕਰਦੇ ਨੇ, ਜਿਸ ਵੇਲੇ ਬੱਚੇ ਦਾ ਸਰੂਪ ਮਾਤਾ ਦੇ ਗਰਭ ਵਿੱਚ ਬਣਦਾ ਤੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਜੰਮੀਐ, ਫਿਰ ਉਸ ਔਰਤ ਤੋਂ ਬਾਲਕ ਪੈਦਾ ਹੁੰਦਾ। ਕਿਉਂਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੇ ਸੋਹਣੇ ਬਾਚਾ ਲਿਖੇ ਨੇ, ਕਹਿੰਦੇ ਮਾਨਸ ਜਨਮ ਦੁਲੰਭ ਹੈ, ਛਿਣ ਭੰਗਰ ਛਿਣ ਦੇਹੀ ਸ਼ਾਰਾ, ਪਾਣੀ ਦਾ ਕਰ ਪੁਤਲਾ ਉੱਡੇ ਨਾ ਪਾਉਣ ਖੁੱਲੇ 10 ਦੁਆਰਾ। ਕਹਿੰਦੇ ਪਾਣੀ ਦਾ ਪੁਤਲਾ, ਬੀਰਜ ਦਾ ਪੁਤਲਾ, ਮਾਟੀ, ਪਾਣੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਮੇਰੇ ਪਾਤਸ਼ਾਹ ਜੀ ਕਹਿੰਦੇ ਦੇਖੋ ਜਿਸ ਔਰਤ ਨੂੰ ਇਹ ਨਿੰਦਦਾ ਸੀ ਉਸ ਔਰਤ ਤੋਂ ਜਨਮ ਹੋਇਆ, ਭੰਡ ਮੰਗਣ ਵੀ ਆਹੋ। ਤੇ ਪਾਤਸ਼ਾਹ ਜੀ ਕਹਿੰਦੇ ਫਿਰ ਉਸੇ ਹੀ ਇਸਤਰੀ ਔਰਤ ਦੇ ਨਾਲ ਮੰਗਣਾ ਹੋਇਆ, ਵਿਆਹ ਹੋਇਆ। ਜਿਸ ਵੇਲੇ ਵਿਆਹ ਹੋਇਆ ਤਾਂ ਮੇਰੇ ਪਾਤਸ਼ਾਹ ਜੀ ਕਹਿੰਦੇ ਭੰਡੋ ਹੋਵੇ ਦੋਸਤੇ। ਕਹਿੰਦੇ ਉਸ ਤੋਂ ਬਾਅਦ ਕੀ ਹੁੰਦਾ, ਅੱਗੇ ਸਾਕ ਸੰਬੰਧੀ ਪ੍ਰਾਪਤ ਹੋ ਜਾਂਦੇ ਨੇ। ਜਿਸ ਵੇਲੇ ਔਰਤ ਆਉਂਦੀ ਹੈ ਘਰ ਵਿੱਚ, ਜਿੰਨੇ ਆਪਣੇ ਰਿਸ਼ਤੇਦਾਰ ਹੁੰਦੇ ਨੇ, ਮਹਾਰਾਜ ਕਹਿੰਦੇ ਓਨੀ ਜਿਹੜੀ ਰਿਸ਼ਤੇਦਾਰੀ ਉਹ ਅੱਗੇ ਹੋਰ ਵੱਧ ਜਾਂਦੀ ਹੈ। ਜਿਹੜੇ ਸਾਕ ਸੰਬੰਧ ਬਣੇ ਮੇਰੇ ਪਾਤਸ਼ਾਹ ਜੀ ਕਹਿੰਦੇ ਇਸ ਔਰਤ ਤੋਂ ਬਣੇ ਨੇ। ਫਿਰ ਤੂੰ ਔਰਤ ਨੂੰ ਨਿੰਦਣਾ, ਭੰਡੋ ਚੱਲੈ ਰਾਹੋ। ਜੋ ਸੰਸਾਰ ਦੀ ਉਤਪਤੀ ਹੈ, ਰਾਹੋ ਮੀਨਜ ਸੰਸਾਰ ਦੀ ਪੈਦਾਇਸ਼ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਇਸ ਔਰਤ ਤੋਂ ਹੋ ਰਹੀ ਹੈ। ਫਿਰ ਮੇਰੇ ਪਾਤਸ਼ਾਹ ਜੀ ਅੱਗੇ ਕਿਰਪਾ ਕਰਦੇ ਨੇ, ਭੰਡ ਮੁਆ ਭੰਡ ਭਾਲੀਐ,
ਭੰਡ ਹੋਵੈ ਬੰਧਾਨ। ਜਿਸ ਵੇਲੇ ਮਹਾਰਾਜ ਬਖਸ਼ਿਸ਼ ਕਰ ਦੇ, ਰੱਬ ਨਾ ਕਰੇ ਔਰਤ ਚੜ੍ਹਾਈ ਕਰ ਜਾਵੇ, ਤਾਂ ਪਾਤਸ਼ਾਹ ਜੀ ਕਹਿੰਦੇ ਭੰਡ ਭਾਲੀਐ। ਫਿਰ ਜੀਵ ਯਤਨ ਕਰਦਾ ਮੇਰਾ ਫਿਰ ਘਰ ਵਸ ਜਾਵੇ, ਮੈਂ ਹੋਰ ਆਨੰਦ ਕਾਰਜ ਕਰਾ ਲਵਾਂ, ਕਿਉਂਕਿ ਮੇਰੀ ਜਿਹੜੀ ਸ੍ਰਿਸ਼ਟੀ ਹੈ, ਮੇਰੀ ਜਿਹੜੀ ਅਣਸ ਹੈ, ਉਹ ਅੱਗੇ ਵੱਧ ਜਾਵੇ। ਯਤਨ ਕਰਦਾ। ਮੇਰੇ ਪਾਤਸ਼ਾਹ ਜੀ ਕਹਿੰਦੇ ਭੰਡ ਹੋਵੇ ਬੰਧਾਨ। ਫਿਰ ਇਸੇ ਹੀ ਔਰਤ ਕਰਕੇ, ਸੰਬੰਧ ਹੋਣ ਕਰਕੇ ਪਾਤਸ਼ਾਹ ਜੀ ਕਹਿੰਦੇ ਰਿਸ਼ਤੇਦਾਰ ਬਣ ਗਏ। ਭਾਵ ਬੰਧਾਨ, ਭਾਵ ਫਿਰ ਅੱਗੇ ਸ੍ਰਿਸ਼ਟੀ ਦੀ ਵਾਰ-ਵਾਰ ਮੇਰੇ ਪਾਤਸ਼ਾਹ ਜੀ ਕਹਿੰਦੇ ਰਚਨਾ ਇਉਂ ਹੁੰਦੀ ਹੈ। ਸੋ ਕਿਉ ਮੰਦਾ ਆਖੀਐ, ਜਿਤ ਜੰਮੈ ਰਾਜਾਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾ ਕਰਦੇ, ਜਿਸ ਔਰਤ ਨੇ ਰਾਜੇ ਮਹਾਰਾਜਿਆਂ ਨੂੰ ਜਨਮ ਦਿੱਤਾ, ਉਸ ਨੂੰ ਫਿਰ ਮੰਦਾ ਕਿਉਂ ਬੋਲਿਆ ਜਾਵੇ, ਉਸ ਨੂੰ ਕੋਝਾ ਪੁਣਾ ਕਿਉਂ ਕਿਹਾ ਜਾਵੇ। ਜਿਹੜੇ ਲੋਕ ਇਹ ਕਹਿੰਦੇ ਸੀ, ਪਛਾਣ ਸੁੱਟਣ ਦਾ ਯਤਨ ਕਰਦੇ ਸੀ, ਧੰਨ ਮੇਰੇ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਜੀ ਨੇ ਦਰਜਾ ਦੇ ਦਿੱਤਾ। ਸਾਧ ਸੰਗਤ ਜੀ ਪਿਛਲੇ ਕਥਾ ਅੰਦਰ ਵਿਚਾਰ ਕੀਤੀ ਸੀ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਜਿੱਥੇ ਮੇਰੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ 22 ਮੰਜੀਆਂ ਤਿਆਰ ਕੀਤੀਆਂ, ਜਿਨ੍ਹਾਂ ਤੇ ਸਿੱਖ ਵੀਰ ਭਰਾ ਬੈਠ ਕੇ ਪ੍ਰਚਾਰ ਕਰਦੇ ਸਨ, ਉੱਥੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਭੈਣ ਦਾ ਦਰਜਾ ਵਧਾ ਦਿੱਤਾ। ਉੱਥੇ 52 ਪੀੜੇ ਵੀ ਤਿਆਰ ਕੀਤੇ, ਜੋ ਗੁਰੂ ਅਮਰਦਾਸ ਮਹਾਰਾਜ ਜੀ ਦੇ ਹੁਕਮ ਅਨੁਸਾਰ ਉਹਨਾਂ ਪੀੜਿਆਂ ਤੇ ਬੈਠ ਕੇ ਭੈਣਾਂ ਪ੍ਰਚਾਰ ਕਰਦੀਆਂ ਸਨ। ਮੇਰੇ ਪਾਤਸ਼ਾਹ ਜੀ ਨੇ ਮਹਾਨ ਕਿਰਪਾ ਕਰ ਦਿੱਤੇ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ, ਸੋ ਕਿਉਂ ਮੰਦਾ ਆਖੀਐ, ਉਸ ਨੂੰ ਭਈ ਮੰਦਾ ਕਿਉਂ ਕਹਿਣਾ ਹੈ। ਜਿਤ ਜੰਮੈ ਰਾਜਾਨ, ਜਿਸ ਔਰਤ ਤੋਂ ਰਾਜੇ ਮਹਾਰਾਜੇ ਪੈਦਾ ਹੋਏ ਨੇ, ਪਦਾਇਸ਼ ਹੋ ਰਹੀ ਹੈ, ਪਾਤਸ਼ਾਹ ਜੀ ਕਹਿੰਦੇ ਉਹ ਨਿੰਦਣ ਯੋਗ ਨਹੀਂ ਹੈ। ਭੰਡੋ ਹੀ ਭੰਡ ਉਪਜੈ, ਭੰਡੈ ਬਾਜ ਨਾ ਕੋਏ। ਜਿਹੜੇ ਨਿੰਦਣ ਵਾਲੇ ਲੋਕ ਸਨ, ਮਹਾਰਾਜ ਜੀ ਕਹਿ ਲਗੇ ਤੁਹਾਡੀ ਉਤਪਤੀ ਕਿੱਥੋਂ ਹੋਈ? ਤੁਸੀਂ ਇਹ ਗੱਲ ਦੱਸੋ। ਤੁਸੀਂ ਔਰਤ ਦੀ ਨਿੰਦਿਆ ਕਰਦੇ ਹੋ, ਬੇਬੇ ਦੀ ਨਿੰਦਿਆ ਕਰਦੇ ਹੋ, ਪਿਸ਼ਾਹ ਕਰਦੇ ਹੋ। ਮਹਾਰਾਜ ਕਹਿੰਦੇ ਤੁਹਾਡੀ ਉਤਪਤੀ ਕਿੱਥੋਂ ਹੋਈ? ਕਹਿਣ ਲੱਗੇ ਔਰਤ ਤੋਂ ਹੋਈ, ਸਾਡੀ ਮਾਂ ਤੋਂ ਹੋਈ। ਤੇ ਮਹਾਰਾਜ ਕਹਿੰਦੇ ਫਿਰ ਮਾਂ ਨੂੰ ਨਿੰਦਦੇ ਕਿਉਂ ਜੇ? ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ, ਗੁਰਦੇਵ ਮਾਤਾ, ਗੁਰਦੇਵ ਪਿਤਾ। ਮੇਰੇ ਪਾਤਸ਼ਾਹ ਜੀ ਨੇ ਮਾਂ ਨੂੰ ਗੁਰਦੇਵ ਕਹਿ ਦਿੱਤਾ, ਪਿਤਾ ਨੂੰ ਗੁਰਦੇਵ ਕਹਿ ਦਿੱਤਾ। ਮੇਰੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਭੰਡੋ ਹੀ ਭੰਡ ਉਪਜੈ, ਭੰਡਾ ਬਾਜ ਨਾ ਕੋਏ। ਕਹਿੰਦੇ ਕੋਈ ਆਕਾਸ਼ ਤੋਂ ਤੇ ਅੱਜ ਤੱਕ ਨਹੀਂ ਨਾ ਕੋਈ ਡਿੱਗਾ। ਜੋ ਵੀ ਪੈਦਾਇਸ਼ ਹੋਈ ਹੈ ਉਹ ਮਾਂ ਤੋਂ ਹੀ ਹੋਈ ਹੈ, ਔਰਤ ਤੋਂ ਹੀ ਹੋਈ ਹੈ। ਇਸ ਕਰਕੇ ਮੇਰੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਇਸ ਔਰਤ ਨੂੰ, ਭੈਣ ਨੂੰ ਨਿੰਦਰਾ ਯੋਗ ਨਹੀਂ ਬਣਦਾ। ਸਤਿਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕੀਤੀ, ਮਹਾਰਾਜ ਜੀ ਇਹ ਕਿਰਪਾ ਕਰਕੇ ਦੱਸੋ ਕੋਈ ਔਰਤ ਤੋਂ ਬਿਨਾਂ ਵੀ ਪੈਦਾ ਹੋਇਆ? ਮਹਾਰਾਜ ਇਹ ਬਖਸ਼ਿਸ਼ ਕਰਕੇ ਦੱਸੋ। ਤਾਂ ਗੁਰੂ ਨਾਨਕ ਦੇਵ ਮਹਾਰਾਜ ਕਿਰਪਾ ਕਰਦੇ ਨੇ, ਨਾਨਕ ਭੰਡੈ ਬਾਹਰਾ, ਏਕੋ ਸੱਚਾ ਸੋਏ। ਇੱਕ ਉਹ ਅਕਾਲ ਪੁਰਖ ਹੈ ਜੋ ਆਪਣੇ ਆਪ ਤੋਂ ਹੀ ਉਤਪਤੀ ਹੋਈ ਹੈ। ਸੋ ਮੁਖ ਜਲੋ ਜਿਤ ਕਹੈ ਠਾਕੁਰ ਜੋਨੀ। ਭੈਰੋ ਰਾਗ ਦੀਆਂ ਪੰਕਤੀਆਂ ਨੇ। ਉਹ ਮੁਖ ਸੜ ਜਾਵੇ ਜਿਹੜਾ ਜੀਵ ਮਾਂ ਦੇ ਗਰਭ ਵਿੱਚ, ਉਹ ਜੋਨੀ ਵਿੱਚ ਹੈ। ਜੋ ਮਾਂ ਦੇ ਗਰਭ ਤੋਂ ਰਹਿਤ ਹੈ ਉਹ ਕੌਣ ਹੈ? ਅਕਾਲ ਪੁਰਖ, ਆਪ ਨਾਰਾਇਣ ਕਲਾ ਧਾਰ, ਜਗ ਮੈਂ ਪਰਵਰੇ। ਉਹ ਅਕਾਲ ਪੁਰਖ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਉਹ ਪਰਮੇਸ਼ਰ ਹੈ ਜੋ ਜੋਨੀਆਂ ਤੋਂ ਰਹਿਤ ਹੈ, ਜੋ ਮਾਂ ਦੇ ਗਰਭ ਵਿੱਚ ਨਹੀਂ ਆਏ। ਨਾਨਕ ਭੰਡੈ ਬਾਹਰਾ, ਏਕੋ ਸੱਚਾ ਸੋਏ। ਇੱਕ ਸੱਚਾ ਪਰਮਾਤਮਾ ਬਾਰਾ ਹੈ। ਬਾਕੀ ਜਿੰਨੇ ਵੀ ਸ੍ਰਿਸ਼ਟੀ ਦੀ ਉਤਪਤੀ ਹੈ, 84 ਲੱਖ ਜੂਨਾਂ ਲਾ ਲਓ, ਇਹ ਸਾਰੀਆਂ ਹੀ ਇਸ ਤੋਂ ਸੰਬੰਧ ਕਰਕੇ ਹੀ ਪੈਦਾ ਹੋਈਆਂ ਨੇ। ਮੇਰੇ ਪਾਤਸ਼ਾਹ ਜੀ ਕਹਿੰਦੇ ਉਹ ਪਰਮੇਸ਼ਰ ਇਸ ਤੋਂ ਬਾਰਾ ਹੈ। ਜਿਤ ਮੁਖ ਸਦਾ ਸਲਾਹੀਐ, ਭਾਗਾ ਰਤੀ ਚਾਰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਜਿਹੜਾ ਮੁਖੜਾ ਭਾਵੇਂ